ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਅਸੀਂ ਇੱਕ ਨਵਾਂ ਚੈਪਟਰ ਸ਼ੁਰੂ ਕਰਾਂਗੇ ਜੀ। ਅਧਿਆਇ 6 ਮੌਰੀਅਨ ਸਾਮਰਾਜ। ਮੌਰੀਅਨ ਸਾਮਰਾਜ ਸਿਕੰਦਰ ਦੇ ਹਮਲੇ ਤੱਕ ਅਸੀਂ ਪੜ੍ਹ ਚੁੱਕੇ ਸੀ ਵੀ ਕਿਸ ਤਰ੍ਹਾਂ ਉਸ ਨੇ ਉੱਤਰ ਭਾਰਤ ਦੇ ਜਿੱਤੇ ਹੋਏ ਰਾਜਾਂ ਉੱਤੇ ਆਪਣੇ ਗਵਰਨਰ ਨਿਯੁਕਤ ਕਰਤੇ ਸੀ। ਹੁਣ ਇਸੇ ਦੌਰਾਨ ਜਿਹੜਾ ਆਪਣਾ ਈਸਟਰਨ ਇੰਡੀਆ ਸੀ ਉੱਥੇ ਨੰਦ ਵੰਸ਼ ਦਾ ਰਾਜ ਸੀ, ਤਾਂ ਜਿਹੜਾ ਉਹਨਾਂ ਦਾ ਆਖਰੀ ਨੰਦ ਵੰਸ਼ ਦਾ ਰੂਲਰ ਸ਼ਾਸਕ ਸੀ ਧਨਾਨੰਦ, ਉਹਦੀਆਂ ਟੈਕਸ ਕਲੈਕਟ ਕਰਨ ਦੀਆਂ ਜਿਹੜੀਆਂ ਪਾਲਿਸੀ ਸੀਗੀਆਂ ਕਾਫੀ ਓਪਰੈਸਿਵ ਸੀਗੀਆਂ। ਜਨਤਾ ਤੋਂ ਬੜੀ ਜ਼ਬਰਦਸਤੀ ਟੈਕਸ ਕਲੈਕਟ ਕੀਤਾ ਜਾਂਦਾ ਸੀ, ਟੈਕਸ ਹਾਸਲ ਕੀਤਾ ਜਾਂਦਾ ਸੀ। ਇਸ ਕਰਕੇ ਜਨਤਾ ਵਿੱਚ ਅਸੰਤੋਸ਼ ਸੀ। ਇਸ ਅਸੰਤੋਸ਼ ਦਾ ਫਾਇਦਾ ਉਠਾਉਂਦੇ ਹੋਏ ਚੰਦਰਗੁਪਤ ਮੌਰਿਆ ਨੇ ਚਾਣਕਿਆ ਦੀ ਹੈਲਪ ਦੇ ਨਾਲ, ਸਹਾਇਤਾ ਦੇ ਨਾਲ ਧਨਾਨੰਦ ਨੂੰ ਹਰਾਤਾ, ਕਬਜ਼ਾ ਕਰ ਲਿਆ ਜੀ ਮਗਧ ਤੇ। ਫਿਰ ਹੌਲੀ ਹੌਲੀ ਉੱਤਰ ਭਾਰਤ ਦੇ ਨਾਲ ਨਾਲ ਉੱਤਰ ਪੱਛਮ ਭਾਰਤ ਤੇ ਵੀ ਕਬਜ਼ਾ ਕਰ ਲਿਆ। ਇਹ ਅਸੀਂ ਗੱਲਾਂ ਹੌਲੀ ਹੌਲੀ ਪੜ੍ਹਾਂਗੇ। ਤੁਸੀਂ ਨਾ ਇੱਕ ਕੰਮ ਕਰਨਾ ਕਿ ਡਿਸਕਵਰੀ ਆਫ ਇੰਡੀਆ ਤੇ ਚੰਦਰਗੁਪਤ ਮੌਰਿਅਨ ਵਾਲੇ ਐਪੀਸੋਡ ਜ਼ਰੂਰ ਦੇਖਿਓ। ਬਾਕੀ ਐਪੀਸੋਡ ਵੀ ਸਾਰੇ ਵਧੀਆ ਆ, ਪਰ ਮੇਰੇ ਨਾ ਸਭ ਤੋਂ ਪਿਆਰੇ ਐਪੀਸੋਡ ਆ ਚੰਦਰਗੁਪਤ ਮੌਰਿਆ ਦੇ ਉੱਤੇ। 2 ਐਪੀਸੋਡ ਆ, ਦੇਖਿਓ, ਤੁਹਾਨੂੰ ਕਾਫੀ ਕਲੈਰਿਟੀ ਮਿਲੇਗੀ। ਹੋਰ ਵੀ ਐਪੀਸੋਡ ਜ਼ਰੂਰ ਦੇਖੋ ਬਾਕੀ ਇਹਨਾਂ ਦੇ। ਹੌਲੀ ਹੌਲੀ ਪੜ੍ਹਦੇ ਹਾਂ ਜੀ। ਮੌਰਿਆ ਸਾਮਰਾਜ ਦੀ ਨੀਂਹ ਨੇ ਭਾਰਤ ਦੇ ਇਤਿਹਾਸ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ। ਠੀਕ, ਪਹਿਲੀ ਵਾਰ ਭਾਰਤ ਵਿੱਚ ਰਾਜਨੀਤਿਕ ਏਕਤਾ ਪ੍ਰਾਪਤ ਕੀਤੀ ਗਈ ਸੀ। ਪੋਲੀਟੀਕਲ ਯੂਨਿਟੀ, ਇੱਕ ਰਾਜਨੀਤਿਕ ਏਕਤਾ। ਕਿੱਡੇ ਵੱਡੇ ਏਰੀਏ ਵਿੱਚ ਇੱਕ ਸਾਮਰਾਜ ਸਥਾਪਿਤ ਹੋਇਆ ਸੀ। ਇਸ ਤੋਂ ਇਲਾਵਾ ਇਸ ਸਮੇਂ ਬਹੁਤ ਸਾਰਾ ਦੇਸ਼ੀ ਅਤੇ ਵਿਦੇਸ਼ੀ ਸਾਹਿਤ ਵੀ ਲਿਖਿਆ ਗਿਆ। ਸਾਹਿਤ ਲਿਖਿਆ ਗਿਆ, ਇੰਪੋਰਟੈਂਟ ਗੱਲ। ਹੁਣ ਇੱਥੇ ਡੈਫੀਨੇਟ ਇੱਕ ਸਾਹਿਤ ਲਿਖਿਆ ਗਿਆ। ਅਸੀਂ ਕਹਿ ਸਕਦੇ ਕਿ ਹਾਂ ਵੀ ਇਸ ਪੀਰੀਅਡ ਵਿੱਚ ਲਿਖਿਆ ਗਿਆ। ਫਿਰ ਉਹ ਸਾਹਿਤ ਲਿਖਿਆ ਗਿਆ, ਸਾਹਿਤ ਤੋਂ ਸਾਨੂੰ ਹਿਸਟਰੀ ਲਿਖਣੀ ਆਸਾਨ ਹੋ ਗਈ। ਉਸ ਸਾਹਿਤ ਨੂੰ ਪੜ੍ਹ ਕੇ ਅਸੀਂ ਕਾਫੀ ਗੱਲਾਂ ਪ੍ਰਾਪਤ ਕਰ ਲੈਂਦੇ ਹਾਂ ਵੀ ਉਸ ਸਮੇਂ ਕੀ ਕੀ ਹੋਇਆ ਸੀ। ਅਤੇ ਪੱਥਰਾਂ ਆਦਿ ਤੇ ਅੱਖਰ ਵੀ ਲਿਖੇ ਗਏ। ਪੱਥਰਾਂ ਤੇ ਵੀ ਅੰਕੁਰਿਤ ਕਰਕੇ ਅੱਖਰ ਲਿਖੇ ਗਏ, ਐਡਿਕਟਸ ਲਿਖੇ ਗਏ, ਹੁਕਮਨਾਮੇ ਲਿਖੇ ਗਏ। ਐਡਿਕਟਸ ਹੁੰਦਾ ਜੀ ਹੁਕਮਨਾਮੇ, ਗੱਲਾਂ ਲਿਖੀਆਂ ਗਈਆਂ। ਇਸ ਸਭ ਨਾਲ ਇਸ ਸਮੇਂ ਤੋਂ ਇਤਿਹਾਸ ਲਿਖਣਾ ਵੀ ਜ਼ਿਆਦਾ ਸਪਸ਼ਟ ਹੋ ਗਿਆ ਸੀ। ਠੀਕ ਹੈ ਜੀ, ਹਿਸਟਰੀ ਲਿਖਣੀ ਜ਼ਿਆਦਾ ਕਲੀਅਰ ਹੋ ਗਈ। ਪਹਿਲਾਂ ਦੇਖੋ ਅਸੀਂ ਇਨਡਾਇਰੈਕਟ ਹਿਸਟਰੀ ਨੂੰ ਟਰੇਸ ਕਰਦੇ ਸੀ। ਹੁਣ ਕੀ ਆ, ਇਹਨਾਂ ਸ਼ਿਲਾਲੇਖਾਂ ਤੋਂ, ਇਹਨਾਂ ਸਾਹਿਤ ਦੀਆਂ ਲਿਖਤਾਂ ਤੋਂ ਪੜ੍ਹ ਕੇ ਅਸੀਂ ਕਾਫੀ ਹਿਸਟਰੀ ਬਾਰੇ ਜਾਣ ਲੈਂਦੇ ਹਾਂ ਜੀ। ਥੋੜ੍ਹਾ ਪੜ੍ਹਦੇ ਹਾਂ ਜੀ ਇਸ ਸਮੇਂ ਦੀ ਹਿਸਟਰੀ ਦੇ ਇਤਿਹਾਸ ਦੇ ਸਾਹਿਤਿਕ ਸਰੋਤ ਕਿਹੜੇ ਕਿਹੜੇ ਆ। ਇਸ ਉੱਤੇ ਸਬਜੈਕਟਿਵ ਪ੍ਰਸ਼ਨ ਵੀ ਆ ਸਕਦਾ, ਆਬਜੈਕਟਿਵ ਵੀ ਆ ਸਕਦਾ। ਸਾਹਿਤਿਕ ਸਰੋਤ ਕਿਹੜੇ ਕਿਹੜੇ ਆ, ਕਿਹੜਾ ਸਾਹਿਤ, ਕਿਹੜੀ ਕਿਤਾਬ, ਕਿਹੜੇ ਰਾਈਟਰ ਨੇ ਲਿਖੀ, ਲੇਖਕ ਨੇ ਲਿਖੀ। ਸਭ ਤੋਂ ਇੰਪੋਰਟੈਂਟ ਆ ਜੀ ਕੌਟਲਿਆ ਦਾ ਅਰਥ ਸ਼ਾਸਤਰ। ਕੌਟਲਿਆ, ਚਾਣਕਿਆ ਜਾਂ ਵਿਸ਼ਨੂਗੁਪਤ, ਤਿੰਨੇ ਨਾਮ ਇੱਕੋ ਹੀ ਬੰਦੇ ਦੇ ਆ। ਕੌਟਲਿਆ ਨੇ ਅਰਥ ਸ਼ਾਸਤਰ ਲਿਖਿਆ ਸੀ। ਇਹ ਅਰਥ ਸ਼ਾਸਤਰ ਦੇਖਣ ਵਿੱਚ ਤਾਂ ਇਹ ਲੱਗਦਾ ਕਿ ਇਹ ਕੀ ਆ, ਆਰਥਿਕ, ਅਰਥ ਨਾਲ ਸੰਬੰਧਿਤ ਆ, ਹਨਾ, ਪੈਸੇ ਨਾਲ ਸੰਬੰਧਿਤ ਆ, ਫਾਈਨੈਂਸ ਨਾਲ ਸੰਬੰਧਿਤ ਆ। ਪਰ ਓਵਰਆਲ ਕੀ ਆ, ਇਹ ਤੁਹਾਡੇ ਰਾਜਨੀਤੀ ਨਾਲ ਸੰਬੰਧਿਤ ਆ। ਹੋਰ ਪਿੱਛੇ ਵੀ ਆ, ਅਸੀਂ ਪੜ੍ਹਦੇ ਹਾਂ, ਪਰ ਨਾਮ ਤੋਂ ਲੱਗਦਾ ਅਰਥ ਸ਼ਾਸਤਰ, ਪਰ ਉਹਨਾਂ ਇਹ ਫਾਈਨੈਂਸ ਨਾਲ ਸੰਬੰਧਿਤ ਨਹੀਂ ਆ। ਸਾਹਿਤਿਕ ਸਰੋਤ ਅਰਥ ਸ਼ਾਸਤਰ। ਸੰਸਕ੍ਰਿਤ ਵਿੱਚ ਇਹ ਕਿਤਾਬ ਚੰਦਰਗੁਪਤ ਮੌਰਿਆ ਦੇ ਸਮਕਾਲੀ ਕੌਟਿਲਿਆ ਦੁਆਰਾ ਲਿਖੀ ਗਈ ਸੀ। ਕੌਟਿਲਿਆ, ਵਿਸ਼ਨੂਗੁਪਤ ਜਾਂ ਚਾਣਕਿਆ, ਸੇਮ ਨਾਮ ਆ ਜੀ, ਸੇਮ ਬੰਦੇ ਦੇ ਨਾਮ ਆ, ਅਲੱਗ ਅਲੱਗ। ਕਿਹੜੀ ਭਾਸ਼ਾ ਵਿੱਚ? ਸੰਸਕ੍ਰਿਤ ਵਿੱਚ। ਕੌਟਲਿਆ ਨੂੰ ਇੰਡੀਅਨ ਮੈਕਿਆਵੈਲੀ ਵੀ ਕਿਹਾ ਜਾਂਦਾ ਸੀ, ਕਿਹਾ ਜਾਂਦਾ ਹੈ। ਮੈਕਿਆਵੈਲੀ ਇਹ ਰਾਈਟਰ ਹੋਇਆ ਹੈ ਜੀ ਮੈਕਿਆਵੈਲੀ। ਇਹਨੇ ਕਾਫੀ ਰੀਅਲਿਸਟਿਕ ਜਿਹੀਆਂ ਗੱਲਾਂ ਕੀਤੀਆਂ ਵੀ ਜੇ ਸੱਤਾ ਪ੍ਰਾਪਤ ਕਰਨੀ ਆ ਤਾਂ ਆਹ ਕੰਮ ਕਰਨੇ ਚਾਹੀਦੇ ਆ। ਆਮ ਬੰਦਾ ਪੜ੍ਹੇਗਾ ਤਾਂ ਉਹਨੂੰ ਕਾਫੀ ਅਜੀਬ ਲੱਗਣੀਆਂ ਗੱਲਾਂ, ਪਰ ਰਾਜਨੀਤੀ ਵਿੱਚ ਉਹ ਗੱਲਾਂ ਚੱਲਦੀਆਂ। ਤੇ ਇਹੀ ਕੁਛ ਗੱਲਾਂ ਚਾਣਕਿਆ ਨੇ ਵੀ ਕੀਤੀਆਂ ਸੀ ਚੰਦਰਗੁਪਤ ਮੌਰਿਆ ਨਾਲ ਮਿਲ ਕੇ, ਕਿਉਂਕਿ ਉਹਨਾਂ ਦਾ ਏਮ ਕੀ ਸੀ, ਰਾਜ ਪ੍ਰਾਪਤ ਕਰਨਾ। ਉਹਨਾਂ ਨੇ ਫਿਰ ਜਿਹੜੇ ਆਪਣੇ ਹੁੰਦੇ ਨੇ ਨੈਤਿਕ ਰੂਲ, ਉਹ ਨਹੀਂ ਫਿਰ ਦੇਖੇ ਜਾਂਦੇ ਕਹਿੰਦੇ ਆ ਰਾਜਨੀਤੀ ਵਿੱਚ। ਤਾਂ ਮੈਕਿਆਵੈਲੀਅਨ ਨੇ ਵੀ ਕੁਛ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਸੀ। ਤੇ ਭਾਰਤ ਦਾ ਮੈਕਿਆਵੈਲੀ ਕਿਹਨੂੰ ਕਿਹਾ ਜਾਂਦਾ ਹੈ? ਕੌਟਲਿਆ ਨੂੰ, ਕਿਉਂਕਿ ਉਹਨੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ
कि जे राज लैना आ तो आह करना ठीक आ। की करना ठीक आ जो कि एक नैतिकता पक्षों असीं सही नहीं मानते, वो भी सही आ। पहला एक दे नाल मिल के ਵੱਡੇ दुश्मन ਨੂੰ हराओ तो फिर जिन्ना मिले आ ਉਹਨੂੰ भी भावें ਲੱਤ मारो। कुछ इस हिसाब ਦੀਆਂ ਗੱਲਾਂ भी ਸੀਗੀਆਂ। अच्छा जी, आर शमा शास्त्री इंपॉर्टेंट नाम है जी, आर शमा शास्त्री द्वारा सब तो पहला 1904 ਵਿੱਚ अर्थशास्त्र ਦੇ खरड़े ਦੀ खोज ਕੀਤੀ गई ਸੀ। अर्थशास्त्र देखो सानू किते एक बुक डेफिनेट जी ना इदा नहीं चलती आ रही सी। इस बंदे ने अपनी खोज करते करते अर्थशास्त्र दे नू ट्रेस किया भी हाँ भी आह किताब आ अर्थशास्त्र। तो क्वेश्चन आ जाना कि किहड़ा बंदा सी मॉडर्न टाइम विच जिन अर्थशास्त्र दे खरड़े की खोज की, वो सी जी आर शमा शास्त्री 1904 विच। अर्थशास्त्र विच 15 किताबां हन ਅਤੇ 180 अध्याय हैं, 180 चैप्टर। पर असी जे सिंपल ये सारे टॉपिक नूं डिवाइड करना होवे तो 3 हिस्सों में 3 विषयों में बन सकते हैं। इसनूं 3 भागों में वंडिया जा सकता है। पहला भाग है जी राजा अते उसकी सभा कौंसिल अते सरकार के विभाग डिपार्टमेंट, ये सब इन्हां सब नाल संबंधित है पहला भाग। दूसरा भाग सिविल अते फौजदारी कानूनां नाल संबंधित है, सिविल एंड क्रिमिनल लॉ कानूनां नाल संबंधित है, ठीक है जी। अते तीसरा भाग कूटनीति भाव डिप्लोमेसी अते युद्धां वगैरह नाल संबंधित है, ठीक। ये मौर्य के इतिहास का सब तो महत्वपूर्ण साहित्यिक स्रोत है। मेन कोई अपना लिटरेरी सोर्सिस है उस समय के इतिहास का, तो वह है जी अपने चाणक्य का अर्थशास्त्र, ये गल हो गई। दूसरा है जी विशाख दत्त, ये राइटर होए विशाख दत्त, उन्होंने लिखी सी किताब अपना साहित्य लिखिया सी मुद्रा राक्षस। क्वेश्चन आ सकता मुद्रा राक्षस के राइटर कौन सी? विशाख दत्त। विशाख दत्त द्वारा लिखिया मुद्रा राक्षस संस्कृत विच एक ड्रामा है, जी संस्कृत विच। अच्छा, ये भी इंटरेस्टिंग गल आ, ये कोई मौर्यन दे समय नहीं लिखा गया, ये लिखा गया बाद विच गुप्त काल विच। पर गल्लां इन्हां सारियां की दसियां? मौर्य काल दियां। हालांकि ये गुप्त काल दौरान लिखा गया सी। ये वर्णन करता है कि किवें चंद्रगुप्त ने कौटल्या की सहायता नाल नंदा नूं उखाड़ दिता सी, नंदा नूं हरा के अपना कब्जा कर लिया सी। ये सारी गलबात दसदा है जी ये ड्रामा। ये मौर्य के अधीन समाजिक ਅਤੇ आर्थिक स्थिति की तस्वीर भी सानू दिंदा है। उस समय सोशल एंड इकनॉमिक हालात किस तरह के सी उस बारे भी दसदा है, ठीक है जी। अगे है जी मैगस्थीनेस, उसकी किताब सी जी इंडिका। मैगस्थीनस ये राइटर सी, उसकी किताब सी इंडिका। इस तो भी सानू उस समय के इतिहास बारे काफ़ी पता लगता। चंद्रगुप्त मौर्य के दरबार विच मैगस्थीनिस यूनानी राजदूत सी, यूनान दा ग्रीक की एंबेसडर सी, यूनानी राजदूत सी चंद्रगुप्त मौर्य के दरबार विच, ते उन किताब लिखी सी इंडिका। उसकी किताब इंडिका भावें सिर्फ टुकड़ियां विच ही बची है, कोई एग्जैक्ट पूरे ये पेज नहीं मिले सानू, हाले तक टुकड़े मिले आ, पर फिर भी उस तो सानू काफ़ी जानकारी मिल जाती है उस समय के इतिहास की। फिर भी उसका वृत्तांत मौर्य प्रशासन खास करके राजधानी पाटलिपुत्र इसके प्रशासन और फौजी संगठन बारे बड़े वधिया वेरवे दिंदा है। राजधानी पाटलिपुत्र उसका एडमिनिस्ट्रेशन किस तरह चलता सी, फौजी संगठन किस तरह सी, इस सब बारे बहुत वधिया जानकारी दिती है इस किताब विच। समकाली समाजिक जीवन बारे पेश उसकी तस्वीर जिक्रयोग है। उस समय के समाज बारे भी काफ़ी वधिया इन्फॉर्मेशन दी है। उस द्वारा प्रदान की गई कुछ अविश्वासयोग जानकारी नूं सावधानी नाल लिया जाना चाहिए है। हुण वो पाटलिपुत्र की सिफत करदा बहुत ही ज़्यादा गल्लां वधा चढ़ा के भी दस दिंदा, इस करके ये जानकारी अविश्वासयोग बन जाती है, तो थोड़ा ध्यान नाल गल्लां नूं पढ़ना पैना। उहदियां गल्लां काफ़ियां
ਵਧਾ ਚੜਾ ਕੇ ਦੱਸਦੀਆਂ ਹਨ। ਕੁਝ ਹੋਰ ਸਾਹਿਤ ਦੇਖ ਲੈਂਦੇ ਆ ਜੀ। ਹੋਰ ਸਾਹਿਤ, ਇਹਨਾਂ ਤਿੰਨਾਂ ਮਹੱਤਵਪੂਰਨ ਰਚਨਾਵਾਂ ਤੋਂ ਇਲਾਵਾ ਪੁਰਾਣ ਅਤੇ ਬੋਧੀ ਸਾਹਿਤ, ਇਹ ਹੁਣ ਧਾਰਮਿਕ ਲਿਟਰੇਚਰ ਵੀ ਆ ਗਿਆ। ਪੁਰਾਣ ਹੈ ਨਾ, ਸਾਡਾ ਪੁਰਾਣੇ ਇਹ ਲਿਟਰੇਚਰ ਆ ਜੀ। ਪੁਰਾਣ, ਵੇਦ ਪੁਰਾਣ ਹੈ ਨਾ, ਆਪਣੇ ਜਿਹੜੇ ਇਹਨਾਂ ਦੇ ਹਿੰਦੂ ਧਰਮ ਦੇ ਸੀਗੇ ਨਾ ਦੇਵੀ ਦੇਵਤੇ, ਉਹਨਾਂ ਬਾਰੇ ਗੱਲਾਂ, ਉਹਨਾਂ ਬਾਰੇ ਕਹਾਣੀਆਂ, ਖਾਸ ਤੌਰ 'ਤੇ ਮਾਈਥੋਲੋਜੀਕਲ ਸਟੋਰੀਜ਼ ਪੁਰਾਣਾਂ ਵਿੱਚ। ਅਤੇ ਬੋਧੀ ਸਾਹਿਤ ਜਿਵੇਂ ਜਾਤਕ ਕਥਾਵਾਂ ਇਹ ਬੋਧੀ ਸਾਹਿਤ ਦਾ ਪਾਰਟ ਆ। ਜਾਤਕ ਕਥਾਵਾਂ ਵਿੱਚ ਨਾ ਮਹਾਤਮਾ ਬੁੱਧ ਦੇ ਪਿਛਲੇ ਜਨਮ ਬਾਰੇ ਕਹਾਣੀਆਂ ਜ਼ਿਆਦਾ ਮਿਲਦੀਆਂ, ਉਹਨੂੰ ਕਹਿੰਦੇ ਜੀ ਜਾਤਕ ਕਥਾਵਾਂ। ਹੁਣ ਕੁਐਸਚਨ ਆ ਸਕਦਾ, ਜਾਤਕ ਕਥਾਵਾਂ ਕਿਹਨਾਂ ਨਾਲ ਸੰਬੰਧਿਤ ਸੀ? ਬੁੱਧ, ਜੈਨ, ਆਜੀਵਿਕਾ ਹੈ ਨਾ, ਕਿਹਨਾਂ ਨਾਲ ਸੰਬੰਧ ਸੀ? ਇਹ ਹੈ ਸੀ ਜੀ ਬੁੱਧ ਧਰਮ ਨਾਲ ਸੰਬੰਧਿਤ। ਬੁੱਧ ਦੀਆਂ ਪੁਰਾਣੇ ਜਨਮ, ਪਿਛਲੇ ਜਨਮ ਦੀਆਂ ਕਹਾਣੀਆਂ। ਠੀਕ ਹੈ ਜੀ। ਚਾਹੇ ਇਹ ਕਹਾਣੀਆਂ ਧਾਰਮਿਕ ਆ, ਪਰ ਫਿਰ ਵੀ ਇਹਨਾਂ ਵਿੱਚ ਇਨਡਾਇਰੈਕਟਲੀ ਕਾਫੀ ਉਸ ਸਮੇਂ ਦੇ ਇਤਿਹਾਸ ਦੀ ਜਾਣਕਾਰੀ ਮਿਲ ਜਾਂਦੀ ਹੈ। ਜਾਤਕ ਕਥਾਵਾਂ ਕੀ ਹੈ ਜੀ? ਦਾ ਜਾਤਕ ਅਸਾਰ ਇਹ ਵੋਲੂਮੀਨਸ ਬੋਡੀ ਆਫ ਲਿਟਰੇਚਰ। ਵੋਲੂਮੀਨਸ ਮਤਲਬ ਕਾਫੀ ਜ਼ਿਆਦਾ ਵੱਡਾ, ਛੋਟੀਆਂ ਕਿਤਾਬਾਂ ਨਹੀਂ, ਵੱਡੀਆਂ ਕਿਤਾਬਾਂ ਆ। ਇਹ ਕਾਫੀ ਜ਼ਿਆਦਾ ਆਕਾਰ 'ਚ ਵੱਡਾ ਲਿਟਰੇਚਰ ਆ। ਨੇਟਿਵ ਟੂ ਇੰਡੀਆ 'ਚ ਲਿਖਿਆ ਗਿਆ, ਵਿਚ ਮੇਨਲੀ ਕੰਸਰਨਸ ਦਾ ਪ੍ਰੀਵੀਅਸ ਬਰਥ ਆਫ ਗੌਤਮ ਬੁੱਧ ਦੇ ਪਿਛਲੇ ਜਨਮ ਦੀਆਂ ਗੱਲਾਂ ਇਹਦੇ ਵਿੱਚ ਆ। ਇਨ ਬੋਥ ਹਿਊਮਨ ਐਂਡ ਐਨੀਮਲ ਫਾਰਮ, ਇਹ ਗੱਲਾਂ ਹੋ ਗਈਆਂ। ਇਸ ਤੋਂ ਇਲਾਵਾ ਆਹ ਦੇਖੋ ਜੀ, ਸਿਲੋਨਿਸ ਮਤਲਬ ਸ਼੍ਰੀਲੰਕਾ ਵਿੱਚ, ਉੱਥੇ ਲੜੀਵਾਰ ਕਿਤਾਬਾਂ, ਮਤਲਬ ਇੱਕ ਤੋਂ ਬਾਅਦ ਦੂਸਰੀਆਂ, ਇਹ ਸੀਰੀਜ਼ ਸੀ ਕਿਤਾਬਾਂ ਦੀ। ਦੀਪਵੰਸ਼ ਅਤੇ ਮਹਾਵੰਸ਼ ਸ਼੍ਰੀਲੰਕਾ ਵਿੱਚ ਬੁੱਧ ਧਰਮ ਨੂੰ ਫੈਲਾਉਣ ਵਿੱਚ ਅਸ਼ੋਕ ਦੀ ਭੂਮਿਕਾ 'ਤੇ ਰੌਸ਼ਨੀ ਪਾਉਂਦੇ ਹਨ, ਵੀ ਕਿਸ ਤਰ੍ਹਾਂ ਸਮਰਾਟ ਅਸ਼ੋਕ ਨੇ ਸ਼੍ਰੀਲੰਕਾ ਵਿੱਚ ਬੁੱਧ ਧਰਮ ਨੂੰ ਫੈਲਾਇਆ। ਇਸ ਬਾਰੇ ਗੱਲਾਂ ਮਿਲਦੀਆਂ ਜੀ। ਕਿਹੜੇ ਲਿਟਰੇਚਰ? ਦੀਪਵੰਸ਼ ਅਤੇ ਮਹਾਵੰਸ਼, ਇਸ ਲਿਟਰੇਚਰ ਵਿੱਚ, ਇਸ ਸਾਹਿਤ ਵਿੱਚ। ਸਾਹਿਤ ਤੋਂ ਇਲਾਵਾ ਕੁਝ ਹੋਰ ਸਰੋਤ ਪੜ੍ਹ ਲੈਂਦੇ ਜੀ। ਪੁਰਾਤੱਤਵ ਆਰਕੀਓਲੋਜੀਕਲ ਸੋਰਸਸ। ਅਸ਼ੋਕ ਦੇ ਹੁਕਮਨਾਮੇ। ਹੁਣ ਆਪਾਂ ਨਾ ਪੜ੍ਹਾਂਗੇ ਵੀ ਕਿਸ ਤਰ੍ਹਾਂ ਸਮਰਾਟ ਅਸ਼ੋਕ ਬੋਧੀ ਬਣ ਗਏ ਸੀ। ਫਿਰ ਉਹਨਾਂ ਨੇ ਸਮਾਜ ਨੂੰ ਸੁਧਾਰਨ ਲਈ, ਉਹਨਾਂ ਨੂੰ ਚੰਗੀਆਂ ਸਿੱਖਿਆਵਾਂ ਦੇਣ ਲਈ ਹੈ ਨਾ, ਆਪਣਾ ਜਿਹੜਾ ਉਹਨਾਂ ਦਾ ਧੰਮ ਸੀ, ਅਸ਼ੋਕ ਦਾ ਧੰਮ, ਉਹਦੀਆਂ ਸਿੱਖਿਆਵਾਂ। ਅੱਛਾ, ਤੁਸੀਂ ਇਹ ਯਾਦ ਰੱਖਿਓ, ਬੁੱਧ ਦੀਆਂ ਸਿੱਖਿਆਵਾਂ ਅਤੇ ਅਸ਼ੋਕ ਦੇ ਵਿੱਚ ਸਿੱਖਿਆਵਾਂ ਵਿੱਚ ਫਰਕ ਆ। ਅਸ਼ੋਕ ਆਪਣੇ ਧੰਮ ਦੀਆਂ ਗੱਲਾਂ ਕਰਦਾ, ਜੋ ਉਹਦਾ ਇੱਕ ਕਹਿ ਲਓ ਵੀ ਖੁਦ ਉਹਦੀ ਕੀ ਸੋਚ ਸੀ ਅਸ਼ੋਕ ਦੀ, ਉਹ ਰਿਪਰਜੈਂਟ ਕਰਦੀ ਆ। ਅਤੇ ਉਹਨੇ ਕੀ ਕੀਤਾ ਸੀ ਕਿ ਆਪਣੇ ਹੁਕਮਨਾਮੇ ਥਾਂ 'ਤੇ ਲਿਖਵਾ ਦਿੱਤੇ ਸੀ, ਪਿੱਲਰਾਂ 'ਤੇ ਲਿਖਾ ਦਿੱਤੇ ਸੀ, ਖੰਭਿਆਂ 'ਤੇ ਹੈ ਨਾ, ਕਿਸੇ ਮੈਟਲ ਦੇ ਖੰਭੇ ਇੱਦਾਂ ਗੱਡ ਕੇ ਜਗ੍ਹਾ ਉਹਦੇ ਉੱਤੇ ਆਪਣੇ ਸੰਦੇਸ਼ ਲਿਖਵਾ ਦਿੱਤੇ, ਕਿਤੇ ਵੱਡੇ ਪੱਥਰਾਂ 'ਤੇ ਆਪਣੇ ਸੰਦੇਸ਼ ਲਿਖਵਾ ਦਿੱਤੇ ਸੀ। ਇਹ ਸਾਰਾ ਤੁਸੀਂ ਦੇਖਿਓ, ਭਾਰਤ ਦੀ ਖੋਜ ਵਿੱਚ ਬਹੁਤ ਸੋਹਣਾ ਦੱਸਿਆ ਹੈ ਸਾਰਾ। ਅਸ਼ੋਕ ਦੇ ਹੁਕਮਨਾਮੇ, ਐਡਿਕਟਸ, ਪੱਥਰਾਂ 'ਤੇ ਕੋਈ ਹੋਰ ਧਾਤੂ ਦੇ ਖੰਭੇ 'ਤੇ ਆਪਣੇ ਹੁਕਮਨਾਮੇ ਉਕਰ ਦਿੱਤੇ ਸੀ। ਜਿਸ ਤਰ੍ਹਾਂ ਹੁਣ ਪੱਥਰ 'ਤੇ ਕੁਛ ਚੀਜ਼ ਤੁਸੀਂ ਲਿਖ ਦਿਓ ਉੱਕਰ ਕੇ, ਉਹ ਸਾਲਾਂ ਬੱਧੀ ਨਹੀਂ ਮਿਟਦੀ, ਅੱਜ ਵੀ ਲਿਖੀ ਹੋਈ ਆ। ਕੋਈ ਹੋਰ ਮੈਟਲ ਦਾ, ਧਾਤੂ ਦਾ ਜਾਂ ਕਿਸੇ ਹੋਰ ਪੱਥਰ ਦਾ ਕੋਈ ਖੰਭਾ ਬਣਾ ਤਾ ਵੱਡਾ ਜਿਹਾ, ਅਤੇ ਉਹਦੇ ਉੱਤੇ ਕੁਛ ਲਿਖਵਾ ਤਾ, ਅਤੇ ਉਹ ਹੁਣ ਪੈਨ ਨਾਲ ਤਾਂ ਚਲੋ ਪਾਣੀ ਪੂਣੀ ਨਾਲ ਮਿਟ ਜਾਂਦਾ, ਪਰ ਹੁਣ ਜੇ ਤੁਸੀਂ ਅੱਖਰ ਉੱਕਰੇ ਹੋਊਗੇ ਸਖਤ ਜਗ੍ਹਾ 'ਤੇ ਉਹ ਨਹੀਂ ਮਿਟਦੇ, ਤਾਂ ਉਹ ਅੱਜ ਵੀ ਪੜ੍ਹੇ ਜਾਂਦੇ ਆ। ਅਤੇ ਇਹ ਹੈ ਜੀ ਅਸ਼ੋਕ ਦੇ ਹੁਕਮਨਾਮੇ, ਐਡਿਕਟਸ। ਅਸ਼ੋਕ ਦੇ ਸ਼ਿਲਾ ਲੇਖਾਂ ਨੂੰ ਪਹਿਲੀ ਵਾਰ 1837 ਵਿੱਚ ਜੇਮਸ ਪ੍ਰਿੰਸਪ ਦੁਆਰਾ ਪੜ੍ਹਿਆ ਗਿਆ ਸੀ, ਸਮਝਿਆ ਗਿਆ ਸੀ। ਇਹ ਪ੍ਰਸ਼ਨ ਆਇਆ ਹੋਇਆ ਜੀ, ਆ ਜਾਂਦਾ। ਉਹ ਕਿਹੜਾ ਵਿਦਵਾਨ ਸੀ, ਕਿਹੜਾ ਸਾਇੰਟਿਸਟ ਵਗੈਰਾ ਸੀ ਜਿਹਨੇ ਅਸ਼ੋਕ ਦੇ ਸ਼ਿਲਾ ਲੇਖਾਂ ਨੂੰ ਪੜ੍ਹ ਲਿਆ, ਉਹਨੂੰ ਸਮਝ ਲਿਆ? ਉਹ ਸੀ ਜੀ ਜੇਮਸ ਪ੍ਰਿੰਸਪ। ਨਾਮ ਬੜਾ ਇੰਪੋਰਟੈਂਟ ਆ, ਜੇਮਸ ਪ੍ਰਿੰਸਪ। ਆਇਆ ਹੋਇਆ UPSC ਵਿੱਚ ਪ੍ਰਸ਼ਨ ਇਹ 1837 ਵਿੱਚ। ਉਹ ਪਾਲੀ ਭਾਸ਼ਾ ਵਿੱਚ ਲਿਖੇ ਗਏ ਸਨ। ਕਿਹੜੀ ਭਾਸ਼ਾ? ਪਾਲੀ। ਸੰਸਕ੍ਰਿਤ ਤੋਂ ਬਾਅਦ ਨਾ ਪ੍ਰਾਕ੍ਰਿਤਾਂ ਦਾ ਦੌਰ ਆਉਂਦਾ ਆ, ਪ੍ਰਾਕ੍ਰਿਤ ਭਾਸ਼ਾ ਦਾ। ਅਤੇ ਪ੍ਰਾਕ੍ਰਿਤ ਭਾਸ਼ਾ ਵਿੱਚੋਂ ਸਭ ਤੋਂ ਇੰਪੋਰਟੈਂਟ ਭਾਸ਼ਾ, ਪਹਿਲੀ ਭਾਸ਼ਾ ਕਿਹੜੀ ਸੀ? ਪਾਲੀ। ਮੇਨ ਭਾਸ਼ਾ ਸੀ ਪਾਲੀ। ਪਾਲੀ ਭਾਸ਼ਾ ਵਿੱਚ ਲਿਖੇ ਗਏ ਸਨ, ਅਤੇ ਕੁਝ ਵਿੱਚ ਥਾਂ ਪ੍ਰਾਕ੍ਰਿਤ ਦੀ ਵਰਤੋਂ ਵੀ ਕੀਤੀ ਗਈ ਸੀ।
होर प्राकृत भाषा ਵਿੱਚ भी लिखे गए सी। ठीक है जी। लिखण ਲਈ ब्राह्मी लिपि ਵਰਤੀ गई सी। ਕਿਹੜੀ ਲਿਪੀ? ब्राह्मी। ਜਿਹੜੀਆਂ ਸਾਡੀਆਂ ਨੌਰਥ ਇੰਡੀਆ ਦੀਆਂ, ਉੱਤਰ ਭਾਰਤ ਦੀਆਂ ਭਾਸ਼ਾਵਾਂ ਨਾ, ਇਹਨਾਂ ਨੂੰ ਲਿਖਣ ਲਈ ਜਿਹੜੀਆਂ ਲਿਪੀਆਂ ਵਰਤੀਆਂ ਜਾਂਦੀਆਂ ਆ, ਜਿਸ ਤਰ੍ਹਾਂ ਗੁਰਮੁਖੀ ਲਿਪੀ ਹੈ ਨਾ, ਦੇਵਨਾਗਰੀ ਲਿਪੀ, ਇਹ ਲਿਪੀਆਂ ਦਾ ਨਿਰਮਾਣ ਪਹਿਲਾਂ ਦੀ ਪੁਰਾਣੀ ਇੱਕ ਲਿਪੀ ਹੈ ਜੀ, ਬ੍ਰਾਹਮੀ ਲਿਪੀ ਤੋਂ ਹੋਇਆ ਦੱਸਿਆ ਜਾਂਦਾ ਜੀ। ਬ੍ਰਾਹਮੀ ਲਿਪੀ ਪੁਰਾਣੀ ਲਿਪੀ ਹੈ ਜੀ ਸਾਡੇ ਇਸ ਏਰੀਏ ਦੀ। ਅੱਛਾ ਜੀ। ਉੱਤਰ ਪੱਛਮ ਭਾਰਤ ਵਿੱਚ, ਨਾਰਥ ਵੈਸਟ ਇੰਡੀਆ ਵਿੱਚ ਖਰੋਸ਼ਟੀ ਲਿਪੀ, ਖਰੋਸ਼ਟੀ ਲਿਪੀ, ਇਹ ਲਿਪੀ ਇਰਾਨੀਅਨ ਲਿਪੀ ਦੀ ਵੇਰੀਐਂਟ ਸੀ, ਇਰਾਨੀਅਨ ਲਿਪੀ ਦਾ ਇੱਕ ਰੂਪ ਸੀ। ਇਸ ਵਿੱਚ ਵੀ ਅਸ਼ੋਕ ਦੇ ਸ਼ਿਲਾਲੇਖ ਮਿਲਦੇ ਹਨ। ਅਸ਼ੋਕ ਦੇ ਸ਼ਿਲਾਲੇਖ ਸਿਰਫ ਬ੍ਰਾਹਮੀ ਲਿਪੀ ਵਿੱਚ ਨਹੀਂ ਲਿਖੇ ਗਏ, ਉਹ ਖਰੋਸ਼ਟੀ ਲਿਪੀ ਵਿੱਚ ਵੀ ਲਿਖੇ ਗਏ ਆ, ਹੋਰਾਂ ਲਿਪੀਆਂ ਵਿੱਚ ਵੀ ਲਿਖੇ ਗਏ ਆ, ਪਰ ਤੁਸੀਂ ਇਹ ਯਾਦ ਰੱਖਣਾ ਕਿ ਸਿਰਫ ਬ੍ਰਾਹਮੀ ਵਿੱਚ ਨਹੀਂ, ਖਰੋਸ਼ਟੀ ਵਿੱਚ ਵੀ ਆ। ਤੇ ਭਾਸ਼ਾ ਪਾਲੀ ਆ, ਪ੍ਰਾਕ੍ਰਿਤ ਆ, ਤੇ ਹੋਰ ਭਾਸ਼ਾਵਾਂ ਵੀ ਹੈਗੀਆਂ ਇੱਕ ਦੋ, ਉਹ ਫਿਰ ਏਰੀਏ ਦੇ ਹਿਸਾਬ ਨਾਲ ਜਿਹੜੀ ਮੇਨ ਭਾਸ਼ਾ ਆ ਉਸ ਹਿਸਾਬ ਨਾਲ ਵੀ ਲਿਖੇ ਜਾਂਦੇ ਰਹੇ ਆ। 14 ਪ੍ਰਮੁੱਖ ਰੌਕ ਐਡਿਕਟ ਵੀ ਮਿਲੇ ਹਨ। ਮੇਨ 14 ਥਾਵਾਂ ਤੇ ਰੌਕ ਮਤਲਬ ਪੱਥਰ, ਪੱਥਰ ਦੇ ਉੱਤੇ ਉਕਰੇ ਹੋਏ ਅੱਖਰ ਮਿਲੇ ਆ 14 ਥਾਵਾਂ ਤੇ। ਪ੍ਰਮੁੱਖ, ਛੋਟੇ ਤਾਂ ਕਈ ਆ, ਪ੍ਰਮੁੱਖ ਹੈ 14। ਇੱਥੇ ਛੋਟੇ ਛੋਟੇ ਰੌਕ ਐਡਿਕਟ ਅਤੇ ਛੋਟੇ ਥੰਮ ਦੇ ਐਡਿਕਟ ਹਨ। ਠੀਕ, ਛੋਟੇ ਛੋਟੇ ਰੌਕ ਐਡਿਕਟ ਵੀ ਆ, ਛੋਟੇ ਛੋਟੇ ਥੰਮ ਮਤਲਬ ਇੱਕ ਖੰਭੇ ਦੇ ਉੱਤੇ ਵੀ ਉਕਰੇ ਹੋਏ ਹੁਕਮਨਾਮੇ ਹਨ, ਪੱਥਰਾਂ ਤੇ ਵੀ ਹੈ। ਠੀਕ ਹੈ ਜੀ। ਅਸ਼ੋਕ ਦੇ ਇਹ ਹੁਕਮਨਾਮੇ ਅਸ਼ੋਕ ਦੇ ਧੰਮ ਨਾਲ ਸੰਬੰਧਿਤ ਹਨ। ਧੰਮ, ਧੰਮ ਮਤਲਬ ਅਸ਼ੋਕ ਦਾ ਆਪਣੀ ਸੋਚ ਵਿਚਾਰ ਨੂੰ ਰਿਪਰਜੈਂਟ ਕਰਦਾ ਹੋਇਆ ਇੱਕ ਸੋਚ ਕਹਿ ਲਓ। ਧੰਮ ਜਿਸ ਤਰ੍ਹਾਂ ਇੱਕ ਜਿਹੜਾ, ਇਹ ਮੈਂ ਪਹਿਲਾਂ ਵੀ ਦੱਸਿਆ ਕਿ ਇਹ ਬੁੱਧ ਧਰਮ ਦੇ ਨਹੀਂ ਗੱਲਾਂ ਲਿਖੀਆਂ ਸਾਰੀਆਂ, ਇਹ ਬੁੱਧ ਧਰਮ ਦੀਆਂ ਨਹੀਂ, ਇਹ ਬੁੱਧ ਧਰਮ ਤੋਂ ਪ੍ਰਭਾਵਿਤ ਹੋ ਕੇ ਅਸ਼ੋਕਾ ਨੇ ਜਿਹੜੇ ਆਪਣੇ ਰੂਲ ਬਣਾਏ ਉਹ ਆ ਜੀ, ਅਸ਼ੋਕਾ ਦੇ ਧੰਮ। ਧੰਮ ਦਾ ਮਤਲਬ ਵੈਸੇ ਇਹ ਪਾਲੀ ਸ਼ਬਦ ਆ ਧੰਮ, ਧੰਮ ਦਾ ਮਤਲਬ ਧਰਮ ਹੀ ਹੁੰਦਾ ਆ, ਅਸ਼ੋਕਾ ਦਾ ਧਰਮ ਉਸ ਨਾਲ ਸੰਬੰਧਿਤ ਹਨ ਅਤੇ ਇਹਨਾਂ ਵਿੱਚ ਉਸਦੇ ਅਧਿਕਾਰੀਆਂ ਨੂੰ ਦਿੱਤੀਆਂ ਗਈਆਂ ਹਦਾਇਤਾਂ ਵਿੱਚ ਹਨ। ਆਪਣੇ ਧਰਮ ਬਾਰੇ ਗੱਲਾਂ ਉਸਨੇ ਲਿਖੀਆਂ ਵੀ ਪਸ਼ੂਆਂ ਨੂੰ, ਜਾਨਵਰਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ, ਹੈ ਨਾ, ਮਾਨਵਤਾ ਕਾਇਮ ਰੱਖਣੀ, ਇਸ ਤਰ੍ਹਾਂ ਦੀਆਂ ਗੱਲਾਂ ਲਿਖੀਆਂ। ਤਾਂ ਇਸ ਦੇ ਨਾਲ ਨਾਲ ਆਪਣੇ ਅਧਿਕਾਰੀਆਂ ਨੂੰ ਹਦਾਇਤਾਂ ਵੀ ਲਿਖੀਆਂ ਆ ਇਹਨਾਂ ਐਡਿਕਟਸ ਵਿੱਚ, ਇਹਨਾਂ ਹੁਕਮਨਾਮਿਆਂ ਵਿੱਚ। 13 ਰੌਕ ਐਡਿਕਟ ਕਲਿੰਗਾ, ਜਿਹੜਾ 13ਵੀਂ ਰੌਕ ਐਡਿਕਟ ਹੈ ਨਾ, ਰੌਕ ਐਡਿਕਟ ਨੰਬਰ 13, ਇਹ ਪ੍ਰਸ਼ਨ ਆ ਸਕਦਾ ਕਿਹੜੀ ਰੌਕ ਐਡਿਕਟ ਵਿੱਚ ਅਸ਼ੋਕਾ ਦੇ ਕਲਿੰਗਾ ਨਾਲ ਯੁੱਧ ਦਾ ਵਰਣਨ ਹੈ। ਉਹ ਹੈ ਜੀ 13ਵੀਂ ਰੌਕ ਐਡਿਕਟ ਵਿੱਚ ਕਲਿੰਗਾ ਨਾਲ ਅਸ਼ੋਕ ਦੇ ਯੁੱਧ ਦਾ ਵੇਰਵਾ ਮਿਲਦਾ ਹੈ। ਹਿਸਟਰੀ ਇਹ ਕਹਿੰਦੀ ਆ ਕਿ ਅਸ਼ੋਕਾ ਨੇ ਕਿੰਨੀਆਂ ਜਿੱਤਾਂ ਪ੍ਰਾਪਤ ਕਰ ਲਈਆਂ ਅਸ਼ੋਕ ਨੇ, ਫਿਰ ਬਾਅਦ ਵਿੱਚ ਨਾ ਉਹ ਜਦੋਂ ਕਲਿੰਗਾ ਨਾਲ ਲੜਾਈ ਹੋਈ, ਕਲਿੰਗ ਹੈ ਜੀ ਉੜੀਸਾ ਵਿੱਚ, ਤਾਂ ਉਸ ਲੜਾਈ ਤੋਂ ਬਾਅਦ ਜਦੋਂ ਉਹਨੇ ਹਿਸਾਬ ਕਿਤਾਬ ਲਾਇਆ ਵੀ ਇੰਨੇ ਲੋਕ ਮਰ ਗਏ ਕਿ ਮੈਂ ਜਿੱਤ ਪ੍ਰਾਪਤ ਕਰਨ ਦੇ ਚੱਕਰ ਦੇ ਵਿੱਚ ਚਾਹੇ ਮੈਂ ਜਿੱਤਿਆ ਗਿਆ ਪਰ ਇੰਨੇ ਲੋਕ ਮਰ ਗਏ, ਇਹਦਾ ਕੀ ਫਾਇਦਾ। ਤਾਂ ਇਸ ਤੋਂ ਬਾਅਦ ਕਹਿੰਦੇ ਕਿ ਬਾਦਸ਼ਾਹ ਅਸ਼ੋਕ ਬਦਲ ਗਿਆ ਸੀ। ਤੇ ਇਹ ਗੱਲਾਂ 13ਵੀਂ ਨੰਬਰ ਰੌਕ ਐਡਿਕਟ ਵਿੱਚ ਲਿਖੀਆਂ ਗਈਆਂ ਆ ਵੀ ਕਿਵੇਂ ਲੱਖ ਤੋਂ ਉੱਤੇ ਲੋਕ ਮਰ ਗਏ, ਲੱਖ ਤੋਂ ਉੱਤੇ ਲੋਕ ਨਾ ਅਪਾਹਿਜ ਹੋ ਗਏ, ਉੱਜੜ ਗਏ, ਇੰਨੀ ਤਬਾਹੀ ਹੋ ਗਈ, ਹੈ ਨਾ। ਉਹਨੂੰ ਫਿਰ ਇਹ ਗੱਲਾਂ ਸਾਰੀਆਂ ਲਿਖੀਆਂ ਕਿ ਇਹਦਾ ਕੀ ਫਾਇਦਾ। ਪਿੱਲਰ ਐਡਿਕਟ 7 ਉਸ ਦੇ ਰਾਜ ਦੇ ਅੰਦਰ ਧੰਮ ਨੂੰ ਅੱਗੇ ਵਧਾਉਣ ਲਈ ਉਸਦੇ ਯਤਨਾਂ ਦਾ ਸਾਰ ਦਿੰਦਾ ਹੈ ਵੀ ਧਰਮ ਨੂੰ ਅੱਗੇ ਵਧਾਉਣ ਲਈ ਉਸਨੇ ਕੀ ਕੀ ਕੀਤਾ, ਇਹ ਪਿੱਲਰ 7 ਵਿੱਚ ਲਿਖਿਆ ਜੀ। ਇਸ ਤਰ੍ਹਾਂ ਅਸ਼ੋਕ ਦੇ ਸ਼ਿਲਾਲੇਖ ਅਸ਼ੋਕ ਅਤੇ ਮੌਰਿਆ ਸਾਮਰਾਜ ਦੇ ਅਧਿਐਨ ਲਈ ਕੀਮਤੀ ਸਰੋਤ ਬਣੇ ਹੋਏ ਹਨ। ਅਸੀਂ ਇਹਨਾਂ ਸ਼ਿਲਾਲੇਖਾਂ ਨੂੰ ਜੇ ਪੜ੍ਹੀਏ ਤੇ ਸਾਨੂੰ ਕਾਫੀ ਨੌਲੇਜ ਮਿਲਦੀ ਆ ਕਿ ਉਸ ਸਮੇਂ ਕੀ ਕੀ ਹੋ ਰਿਹਾ ਸੀ, ਉਸ ਸਮੇਂ ਦੇ ਇਤਿਹਾਸ ਬਾਰੇ, ਸਮਾਜ ਬਾਰੇ, ਆਰਥਿਕਤਾ ਬਾਰੇ ਸਾਰੀਆਂ ਗੱਲਾਂ ਪਤਾ ਲੱਗਦੀਆਂ ਜੀ ਸਾਨੂੰ। ਠੀਕ ਹੈ ਜੀ। ਮੌਰਿਆ ਦਾ ਰਾਜਨੀਤਿਕ ਇਤਿਹਾਸ, ਮੌਰਿਆ ਦਾ ਰਾਜਨੀਤਿਕ ਇਤਿਹਾਸ ਇਹ ਅਸੀਂ ਨੈਕਸਟ ਕਲਾਸ ਵਿੱਚ ਪੜ੍ਹਦੇ ਹਾਂ। ਅੱਜ ਲਈ ਇੰਨਾ ਹੀ ਜੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ।